ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀਅ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਆਪਣ ਲੀਆ ਜੇ ਮਿਲੈ, ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਪ ਸਭ ਸੰਗਤਾਂ ਆਨੰਦ ਲੈ ਰਹੇ ਹੋ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ। ਸੰਗਰਾਂਦ ਦਾ ਦਿਹਾੜਾ ਅੱਜ ਸਰਬੱਤ ਸੰਗਤਾਂ ਗੁਰੂ ਘਰਾਂ ਦੇ ਵਿੱਚ ਬੈਠ ਕੇ, ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਮਨਾ ਰਹੇ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਜੋ 12 ਮਹੀਨਿਆਂ ਦੇ 12 ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ, ਅਥਾਹ ਸਾਗਰ ਦੇ ਵਿੱਚੋਂ ਅੱਜ ਦੇ ਮਹੀਨੇ ਦਾ ਉਪਦੇਸ਼ ਜੋ ਸਤਿਗੁਰੂ ਸਾਹਿਬ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਹੈ। ਆਪ ਜੀਆਂ ਨੇ ਪ੍ਰੇਮ ਦੇ ਨਾਲ ਪਾਵਨ ਸ਼ਬਦ ਸਰਵਣ ਕੀਤਾ ਹੈ। ਜੇਠ ਮਹੀਨੇ ਦੀ ਆਰੰਭਤਾ ਅੱਜ ਹੋਈ ਹੈ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12 ਮਹੀਨਿਆਂ ਦੇ 12 ਸ਼ਬਦਾਂ ਦੇ ਜ਼ਰੀਏ 12 ਮਹੀਨਿਆਂ ਦੇ 12 ਪਵਿੱਤਰ ਸ਼ਬਦ ਉਚਾਰਨ ਕਰਕੇ ਮਹਾਨ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਜ਼ਿੰਦਗੀ ਜਿਉਣ ਦਾ ਇੱਕ ਮਹਾਨ ਜਿਹੜਾ ਤਰੀਕਾ ਹੈ ਉਹ ਬਖਸ਼ਿਸ਼ ਕੀਤਾ ਹੈ। ਸਿੱਖ ਨੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਮੰਨਣਾ, ਗੁਰੂ ਦਾ ਹੁਕਮ ਸਿੱਖ ਦਾ ਜੀਵਨ ਬਣ ਜਾਵੇ ਅਤੇ ਉਹ ਜੀਵਨ ਜਿਹੜਾ ਹੈ ਮੁਕਤ ਹੋ ਜਾਂਦਾ ਹੈ। ਉਹ ਜੀਵਨ ਜਿਹੜਾ ਹੈ ਸਫਲ ਹੋ ਜਾਂਦਾ ਹੈ, ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਹਨ, ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਉਹ ਜੀਵਨ ਯਾਤਰਾ ਸਫਲ ਹੋ ਗਈ, ਜਿਹੜੀ ਜੀਵਨ ਯਾਤਰਾ ਦੇ ਵਿੱਚ ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅਨੁਸਾਰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਦੇ ਅਨੁਸਾਰ ਗੁਰੂ ਦਾ ਸੰਗ ਹੋ ਗਿਆ। ਸਤਿਗੁਰੂ ਜੀ ਦੇ ਹੁਕਮਾਂ ਦੇ ਅਨੁਸਾਰ ਜਿਸ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਹੋ ਗਈ, ਜਿਸ ਜੀਵਨ ਦੇ ਵਿੱਚ ਦਾਤੇ ਦੇ ਸ਼ਬਦ ਆ ਗਏ, ਜਿਸ ਜੀਵਨ ਦੇ ਵਿੱਚ ਸੇਵਾ ਅਤੇ ਸਿਮਰਨ ਆ ਗਿਆ, ਉਹ ਜੀਵਨ ਜਿਹੜਾ ਹੈ ਸਫਲਾ ਹੋ ਗਿਆ। ਉਹ ਜੀਵਨ ਜਿਹੜਾ ਹੈ ਉਹ ਘਾਲ ਕਮਾਈ ਜਿਹੜੀ ਹੈ ਉਹ ਸਫਲੀ ਹੋ ਗਈ। ਪਰ ਇਹ ਸਾਰਿਆਂ ਦੇ ਨਾਲ ਨਹੀਂ ਹੁੰਦਾ, ਇਹ ਉਹਨਾਂ ਗੁਰਸਿੱਖਾਂ ਦੇ ਨਾਲ ਹੁੰਦਾ ਹੈ, ਉਹਨਾਂ ਪਿਆਰਿਆਂ ਦੇ ਨਾਲ ਹੁੰਦਾ ਹੈ ਜਿਹਦਾ ਪਿਆਰ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਬਣ ਜਾਂਦਾ ਹੈ। ਔਰ ਪਿਆਰ ਗੁਰੂ ਨਾਲ ਬਣੇ, ਪਿਆਰ ਸਤਿਗੁਰੂ ਜੀ ਦੇ ਨਾਲ ਪੈ ਜਾਵੇ, ਇਸ ਕਰਕੇ ਅਸੀਂ ਗੁਰੂ ਘਰ ਆਉਂਦੇ ਹਾਂ, ਇਸ ਕਰਕੇ ਅਸੀਂ ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹਦੇ ਹਾਂ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਧੰਨ ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਾਨੂੰ ਸਮਝਾਇਆ ਹੈ, ਆਓ ਇਸ ਸ਼ਬਦ ਦੀ ਵਿਚਾਰ ਜੋ ਹੈ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹੁਕਮਾਂ ਦੇ ਅਨੁਸਾਰ ਕਰਕੇ ਆਪਣਾ ਜੀਵਨ ਸਫਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵਾਰ ਆਪ ਜੀ ਪ੍ਰੇਮ ਦੇ ਨਾਲ ਅਸੀਸ ਬਖਸ਼ਿਸ਼ ਕਰੋ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪ ਜੀ ਨੇ ਆਪ ਕਰਵਾ ਲੈਣੀ। ਆਓ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਵਿੱਤਰ ਸ਼ਬਦ ਦੇ ਨਾਲ ਸਾਨੂੰ ਕੀ ਸਮਝਾ ਰਹੇ ਹਨ। ਗੱਜ ਕੇ ਇੱਕ ਵਾਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਕੀਤੀ ਫਤਿਹ ਨੂੰ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਹਰ ਜੇਠ ਜੜਨ ਦਾ ਲੋੜੀਐ, ਜਿਸੇ ਅੱਗੇ ਸਭ ਨਿਵੰਨ। ਵੈਸਾਖ ਦਾ ਮਹੀਨਾ ਖਤਮ ਹੋਇਆ, ਵੈਸਾਖ ਦੇ ਮਹੀਨੇ ਤੋਂ ਬਾਅਦ ਵਿੱਚ ਜੇਠ ਮਹੀਨਾ ਪ੍ਰਾਰੰਭ ਹੁੰਦਾ ਹੈ। ਯਾਦ ਰਵੇ ਜੇਠ ਮਹੀਨਾ ਜਿਹੜਾ ਹੈ, ਜਦੋਂ ਵੈਸਾਖ ਮਹੀਨਾ ਆਰੰਭ ਹੋਇਆ ਸੀ, ਉਸ ਵੇਲੇ ਗਰਮੀ ਨੇ ਆਪਣੀ ਜਿਹੜੀ ਆਮਦ ਹੈ ਉਹ ਦਰਸਾ ਦਿੱਤੀ ਸੀ। ਗਰਮ ਰੁੱਤ ਜਿਹੜੀ ਹੈ ਉਸਨੇ ਆਪਣੀ ਆਮਦ ਦਰਸਾ ਦਿੱਤੀ ਸੀ। ਅਤੇ ਜੇਠ ਦੇ ਮਹੀਨੇ ਵਿੱਚ ਗਰਮ ਰੁੱਤ ਜਿਹੜੀ ਹੈ ਉਹ ਆਪਣਾ ਅਸਲੀ ਰੂਪ ਜਿਹੜਾ ਹੈ ਧਾਰਨ ਕਰ ਚੁੱਕੀ ਹੁੰਦੀ ਹੈ। ਜੇਠ ਦੇ ਮਹੀਨੇ ਦੇ ਵਿੱਚ ਅਥਾਹ ਗਰਮੀ ਜਿਹੜੀ ਹੈ ਪੈਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਬਸੰਤ ਮਹੀਨਾ ਜਦੋਂ ਖ਼ਤਮ ਹੋਇਆ, ਗਰਮੀ ਦੀ ਰੁੱਤ ਵਿੱਚ ਗਰਮੀ ਦੀ ਰੁੱਤ ਪ੍ਰਾਰੰਭ ਹੁੰਦਿਆਂ ਹੀ ਬਸੰਤ ਰੁੱਤ ਦੇ ਮੁੱਕਣ ਦੇ ਨਾਲ ਪੇੜ ਪੌਦਿਆਂ 'ਤੇ ਜਦੋਂ ਛੋਟੇ ਛੋਟੇ ਪੱਤੇ ਫੁੱਟੇ ਸਨ, ਕਰੁੰਬਲਾਂ ਫੁੱਟੀਆਂ ਸਨ, ਉਹਨਾਂ ਨੂੰ ਹੁਣ ਮਾਨੋ ਸੂਰਜ ਦੀ ਰੌਸ਼ਨੀ ਦੀ ਜ਼ਿਆਦਾ ਜ਼ਰੂਰਤ ਸੀ ਆਪਣੇ ਅੰਦਰ ਰਸ ਭਰਨ ਵਾਸਤੇ। ਅਤੇ ਇਸ ਰੁੱਤ ਦੇ ਵਿੱਚ ਗਰਮੀ ਨੂੰ ਸਹਾਰਦੇ ਹੋਏ ਪੇੜ ਪੌਦੇ ਜਿਹੜੇ ਨੇ, ਉਹਨਾਂ ਦੇ ਛੋਟੇ ਛੋਟੇ ਪੱਤੇ ਆਪਣੇ ਆਪ ਨੂੰ ਮਾਨੋ ਗਰਮੀ ਦੀ ਧੁੱਪ ਵਿੱਚ ਹੁਣ ਪਕਾਉਣਾ ਚਾਹੁੰਦੇ ਨੇ, ਹੁਣ ਪੱਕਣਾ ਚਾਹੁੰਦੇ ਨੇ। ਇਹੀ ਅਧਿਆਤਮਕ ਜੀਵਨ ਦੇ ਵਿੱਚ ਇੱਕ ਆਨੰਦ ਬਣਨਾ ਹੈ ਸਿੱਖ ਦੇ ਜੀਵਨ ਦਾ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੇਠ ਦੇ ਮਹੀਨੇ ਦੇ ਇਸ ਪਵਿੱਤਰ ਸ਼ਬਦ ਦੇ ਵਿੱਚ ਇਹੀ ਗੱਲ ਸਾਨੂੰ ਸਮਝਾ ਰਹੇ ਹਨ। ਜੇਠ ਸ਼ਬਦ ਦਾ ਅੱਖਰੀ ਅਰਥ ਜਿਹੜਾ ਹੈ ਉਹ ਵੱਡਾ ਹੁੰਦਾ। ਜਿਵੇਂ ਅਸੀਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਵੱਡੇ ਪੁੱਤ ਨੂੰ ਜੇਠਾ ਪੁੱਤ, ਜਾਂ ਜੇਠ ਜੋ ਹੁੰਦਾ ਹੈ ਦੋ ਭਰਾ ਹੋਵਣ ਅਤੇ ਵੱਡਾ ਭਰਾ ਜਿਹੜਾ ਹੁੰਦਾ ਹੈ ਉਹ ਛੋਟੇ ਭਰਾ ਦੀ ਘਰਵਾਲੀ ਦਾ ਜੇਠ ਲੱਗਦਾ ਹੈ। ਸੋ ਜੇਠ ਸ਼ਬਦ ਜਿਹੜਾ ਹੈ ਵੱਡੇ ਦਾ ਪ੍ਰਤੀਕ ਹੈ। ਜੇਠ ਸ਼ਬਦ ਜਿਹੜਾ ਹੈ ਉਹ ਵੱਡਿਆਂ ਦਾ ਪ੍ਰਤੀਕ ਬਣ ਜਾਂਦਾ ਹੈ। ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਿਤਾ ਜੀ ਨੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਇਸ ਲਫ਼ਜ਼ ਨੂੰ ਵਰਤ ਕੇ ਇਸ ਮਹੀਨੇ ਦਾ ਨਾਮ ਵੀ ਜੇਠ ਰੱਖਿਆ। ਅਤੇ ਜੇਠ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜੋ ਸਾਰਿਆਂ ਤੋਂ ਵੱਡੇ ਹਨ, ਉਹਨਾਂ ਦੇ ਪਾਵਨ ਪਵਿੱਤਰ ਵਡੱਪਣ ਦਾ ਵੀ ਪ੍ਰਤੀਕ ਇਹ ਸ਼ਬਦ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ, ਹਰ ਜੇਠ ਜੋੜਨ ਦਾ ਲੋੜੀਐ, ਜਿਸੇ ਅੱਗੇ ਸਭ ਨਿਵੰਨ। ਸੰਸਾਰ ਦੇ ਜੀਵਾਂ ਦੀ, ਸਾਡੀ ਸਾਰਿਆਂ ਦੀ ਇੱਕ ਮਾਨਸਿਕ ਦਸ਼ਾ ਬਣੀ ਹੋਈ ਹੈ ਕਿ ਵੱਡਿਆਂ ਦੇ ਨਾਲ, ਜਿਹੜੇ ਵੱਡੇ ਨੇ ਮਾਇਆ ਕਰਕੇ, ਜਿਹੜੇ ਵੱਡੇ ਨੇ ਰੁਤਬੇ ਕਰਕੇ, ਜਿਹੜੇ ਵੱਡੇ ਨੇ ਅਹੁਦਿਆਂ ਕਰਕੇ, ਅਸੀਂ ਉਹਨਾਂ ਦੇ ਨਾਲ ਜੁੜਨਾ ਚਾਹੁੰਦੇ ਹਾਂ। ਹਰ ਇੱਕ ਮਨੁੱਖ ਦੇ ਮਨ ਦੀ ਦਸ਼ਾ ਹੈ, ਉਹਨਾਂ ਦੇ ਨਾਲ ਉਹ ਜੁੜਨਾ ਚਾਹੁੰਦਾ। ਜਿਹੜਾ ਮਾੜਾ ਹੈ, ਚਾਹੇ ਉਹ ਸੰਸਾਰ ਦੇ ਪਦਾਰਥਾਂ ਤੌਰ 'ਤੇ, ਚਾਹੇ ਉਹ ਸਰੀਰਕ ਬਲ ਕਰਕੇ ਵੀ, ਜਿਹੜਾ ਮਾੜਾ ਹੈ ਉਹਦੇ ਨਾਲ ਕੋਈ ਨਹੀਂ ਜੁੜਨਾ ਚਾਹੁੰਦਾ। ਵੱਡਿਆਂ ਦੇ ਨਾਲ ਸਾਰੇ ਹੀ ਬਹਿਣਾ ਚਾਹੁੰਦੇ ਨੇ। ਕਿਸੇ ਦਾ ਕੋਈ ਰਿਸ਼ਤੇਦਾਰ ਵੱਡੇ ਅਹੁਦੇ 'ਤੇ ਹੋਵੇ ਨਾ, ਅਤੇ ਬੜਾ ਖੁਸ਼ ਹੋ ਕੇ ਦੱਸਦੇ ਹਾਂ ਕਿ ਮੇਰਾ ਫਲਾਣਾ ਰਿਸ਼ਤੇਦਾਰ ਜਿਹੜਾ ਹੈ ਉਹ DSP ਲੱਗਿਆ ਜਾਂ ਵੱਡੇ ਅਹੁਦੇ 'ਤੇ ਹੈ। ਅਤੇ ਉਸੇ ਹੀ ਰਿਸ਼ਤੇਦਾਰੀ ਦੇ ਵਿੱਚ ਕਿਤੇ ਕੋਈ ਮਾੜਾ ਰਿਸ਼ਤੇਦਾਰ ਹੋਵੇ, ਜਿਹਦੇ ਕੋਲ ਖਾਣ ਪੀਣ ਵਾਸਤੇ ਵੀ, ਭੋਜਨ ਪਦਾਰਥ ਵਾਸਤੇ ਵੀ ਕੋਈ ਬਹੁਤਾ ਧਨ ਦੌਲਤ ਨਾ ਹੋਵੇ, ਅਤੇ ਉਹਦਾ ਕੋਈ ਨਾਂ ਨਹੀਂ ਲੈਂਦਾ।
ਉਹਦੇ ਲਾਗੇ ਵੀ ਕੋਈ ਬਹਿਣਾ ਬਹੁਤਾ ਪਸੰਦ ਨਹੀਂ ਕਰਦਾ। ਇਹ ਸਮਾਜ ਦੀ ਇੱਕ ਰੀਤ ਹੈ ਜੋ ਬਹੁਤ ਮਾੜੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸੇ ਹੀ ਰੀਤ ਨੂੰ ਦਰਸਾਉਂਦਿਆਂ ਹੋਇਆਂ ਇੱਕ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਭਾਈ ਜੇ ਵੱਡਿਆਂ ਦੇ ਲਾਗੇ ਬਹਿਣ ਦੀ ਤੇਰੇ ਮਨ ਦੀ ਇੱਛਾ ਪ੍ਰਗਟ ਹੋਈ ਹੈ ਤੇ ਫਿਰ ਯਾਦ ਰੱਖੀ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਕੋਈ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਡਾ ਕੋਈ ਨਹੀਂ, ਤੇ ਤੂੰ ਉਸ ਵੱਡੇ ਨੂੰ ਕਿਉਂ ਨਹੀਂ ਲੋੜਦਾ, ਤੂੰ ਉਸ ਵੱਡੇ ਨੂੰ ਕਿਉਂ ਨਹੀਂ ਚਾਹੁੰਦਾ, ਤੂੰ ਉਸ ਵੱਡੇ ਨੂੰ ਕਿਉਂ ਨਹੀਂ ਪ੍ਰਾਪਤ ਕਰ ਰਿਹਾ। ਹਰ ਜੇਠ ਜੁੜੰਦਾ ਲੋਹੜੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਉਸ ਸਾਰਿਆਂ ਤੋਂ ਵੱਡੇ ਦਾਤੇ ਨੂੰ, ਜਿਹਦੇ ਤੋਂ ਉੱਪਰ ਤਾਕਤ ਕੋਈ ਨਹੀਂ, ਜਿਸ ਤੋਂ ਉੱਪਰ ਦੁਨੀਆ ਦੀ ਕੋਈ ਤਾਕਤ ਨਹੀਂ, ਜਿਸ ਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਹਨ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਹੇ ਦਾਤਾ ਜੀ, ਤੇਰਾ ਦਰਬਾਰ ਵੱਡਾ ਹੈ, ਤੁਸੀਂ ਵੱਡੇ ਹੋ, ਤੁਹਾਡੇ ਨਾਲ ਜੁੜ ਕੇ ਵੱਡੇ ਹੋ ਜਾਈਦਾ ਹੈ। ਔਰ ਇਹ ਸੱਚ ਹੈ। ਸੰਸਾਰ ਦੇ ਤਲ 'ਤੇ ਜਦੋਂ ਮਨੁੱਖ ਸੋਚਦਾ ਹੈ ਅਤੇ ਵੱਡਿਆਂ ਦੇ ਨਾਲ ਆਪਣੀ ਦੋਸਤੀ ਮਿੱਤਰਤਾ ਵਧਾਉਣ ਦੀ ਕੋਸ਼ਿਸ਼ ਕਰਦਾ, ਜਿਹੜੇ ਅਹੁਦਿਆਂ 'ਚ ਵੱਡੇ ਨੇ, ਜਿਹੜੇ ਰੁਤਬਿਆਂ 'ਚ ਵੱਡੇ ਨੇ, ਅਤੇ ਗੱਲ ਜਦੋਂ ਧਾਰਮਿਕ ਜਗਤ ਦੀ ਆਉਂਦੀ ਹੈ, ਗੱਲ ਜਦੋਂ ਗੁਣਾਂ ਦੀ ਆਉਂਦੀ ਹੈ, ਗੱਲ ਜਦੋਂ ਅਧਿਆਤਮਿਕ ਜੀਵਨ ਦੀ ਆਉਂਦੀ ਹੈ, ਅਤੇ ਮਹਾਰਾਜ ਕਹਿਣ ਲੱਗੇ, ਉੱਥੇ ਪਿਆਰਿਆ ਅਕਾਲ ਪੁਰਖ ਵਾਹਿਗੁਰੂ ਜੋ ਸੰਸਾਰ ਦੇ ਵਿੱਚ ਵੀ, ਅਧਿਆਤਮਿਕ ਜੀਵਨ ਦੇ ਵਿੱਚ ਵੀ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸਾਰਿਆਂ ਤੋਂ ਵੱਡਾ ਹੈ। ਫਿਰ ਉਸ ਵੱਡੇ ਨੂੰ ਕਿਉਂ ਨਹੀਂ ਲੋੜਦਾ? ਉਹ ਵੱਡਾ ਜਿਹਦੇ ਅੱਗੇ ਸਾਰੇ ਨਿਭਦੇ ਨੇ। ਚਲੋ ਮੰਨਿਆ ਸੰਸਾਰ ਦੇ ਵਿੱਚ ਵੱਡੇ ਰੁਤਬਿਆਂ ਵਾਲਿਆਂ ਦੇ ਨਾਲ ਜੁੜਨ ਦੀ ਲਾਲਸਾ ਮਨੁੱਖ ਦੀ ਬਣ ਜਾਂਦੀ ਹੈ, ਕਿਉਂਕਿ ਉਹਨਾਂ ਅੱਗੇ ਦੁਨੀਆ ਨਿਭਦੀ ਹੈ ਆ ਕੇ। ਪਰ ਪਿਆਰਿਓ ਸਾਧ ਸੰਗਤ ਜੀ, ਕੋਈ ਇੱਕ ਇਲਾਕੇ ਦਾ DSP, ਇੱਕ ਇਲਾਕੇ ਦਾ ਕੋਈ ਚੌਧਰੀ ਵੱਡਾ ਰੁਤਬੇ ਵਾਲਾ, ਉਹ ਕਿਸੇ ਇੱਕ ਖਾਸ ਇਲਾਕੇ ਦਾ ਹੀ ਹੋ ਸਕਦਾ, ਸਾਰੀ ਦੁਨੀਆ ਦਾ ਨਹੀਂ। ਅਤੇ ਉਹਦੇ ਅੱਗੇ ਝੁਕਣ ਵਾਲਿਆਂ ਦੀ ਵੀ ਗਿਣਤੀ ਹੋਣੀ ਹੈ, ਉਹਦੇ ਅੱਗੇ ਝੁਕਣ ਵਾਲੇ ਵੀ ਥੋੜ੍ਹੇ ਹੀ ਹੋਣਗੇ। ਪਰ ਧੰਨ ਧੰਨ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਣ ਵਾਲਿਆਂ ਦੀ ਕੋਈ ਗਿਣਤੀ ਨਹੀਂ। ਸਾਰਾ ਬ੍ਰਹਿਮੰਡ, ਜੀਵ ਜੰਤੂ, ਪੇੜ ਪੌਦੇ, ਜਿੰਨੀ ਬਨਸਪਤੀ ਹੈ, ਸਾਰੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਝੁਕਦੀ ਹੈ। ਸਾਰੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਦੇ ਹਨ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਹੇ ਸੰਸਾਰੀ ਜੀਵ, ਜੇ ਤੂੰ ਨਿਭਣਾ ਹੀ ਹੈ ਤੇ ਸੰਸਾਰ ਦੇ ਅਹੁਦੇ ਵਾਲਿਆਂ ਦੇ ਸਾਹਮਣੇ ਨਾ ਨਿਭ, ਧੰਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਹਮਣੇ ਨਿਭਣਾ ਕਰ। ਹਰ ਜੇਠ ਜੁੜੰਦਾ ਲੋਹੜੀ ਹੈ, ਜਿਸ ਅੱਗੇ ਸਭ ਨਿਵਨ। ਸਾਰਿਆਂ ਤੋਂ ਵੱਡਾ ਵਾਹਿਗੁਰੂ ਹੈ, ਉਸ ਵਾਹਿਗੁਰੂ ਦੇ ਅੱਗੇ ਨਿਭਣਾ ਕਰ, ਉਸ ਵਾਹਿਗੁਰੂ ਦੇ ਅੱਗੇ ਆਪਣੇ ਆਪ ਨੂੰ ਝੁਕਾਉਣਾ ਕਰ। ਝੁਕਣਾ ਬੜਾ ਹੀ ਔਖਾ ਹੈ, ਝੁਕਣਾ ਅਤਿਅੰਤ ਔਖਾ ਹੈ, ਪਰ ਉਹ ਸਿੱਖ ਜਿਹੜਾ ਹੈ ਪ੍ਰਵਾਨ ਹੋ ਜਾਂਦਾ ਹੈ, ਗੁਰਸਿੱਖ ਬਣ ਜਾਂਦਾ ਹੈ, ਗੁਰਮੁਖ ਬਣ ਜਾਂਦਾ ਹੈ, ਜਿਹਨੂੰ ਝੁਕਣਾ ਆ ਗਿਆ। ਸਭ ਤੋਂ ਔਖਾ ਝੁਕਣਾ ਹੈ। ਅਤੇ ਜਦੋਂ ਸਿੱਖ ਗੁਰੂ ਦੇ ਸਾਹਮਣੇ ਝੁਕਣਾ ਸਿੱਖ ਗਿਆ, ਅਸੀਂ ਅਹੰਕਾਰ ਬਿਰਤੀ ਕਰਕੇ, ਕਿਸੇ ਔਗਣ ਕਰਕੇ, ਆਪਣੇ ਭੈੜਿਆਂ ਔਗਣਾਂ ਦੇ ਕਰਕੇ ਕਿਸੇ ਦੇ ਅੱਗੇ ਵੀ ਝੁਕਣ ਨੂੰ ਤਿਆਰ ਨਹੀਂ, ਅਤੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਵੀ ਝੁਕਣ ਨੂੰ ਤਿਆਰ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਗੱਲ ਸਮਝਾ ਰਹੇ ਹਨ, ਆਪਣੇ ਅੰਦਰ ਦੇ ਔਗਣਾਂ ਨੂੰ ਪਿਛਾਂਹ ਸੁੱਟ ਕੇ, ਅਹੰਕਾਰ ਰੂਪੀ ਔਗਣ ਨੂੰ ਪਿਛਾਂਹ ਸੁੱਟ ਕੇ, ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਤੋਂ ਵੱਡਾ ਹੈ, ਜੋ ਸਾਰਿਆਂ ਤੋਂ ਉੱਚਾ ਹੈ, ਉਸ ਮਾਲਕ ਦੇ ਅੱਗੇ ਨਿਭਣਾ ਕਰ। ਹੁਣ ਨਿਭਣ ਦੇ ਫਾਇਦੇ ਕੀ ਹਨ? ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਦੋਂ ਤੂੰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਨਿਭ ਜਾਏਗਾ, ਜਦੋਂ ਤੂੰ ਦਾਤੇ ਦੇ ਅੱਗੇ ਨਿਭ ਜਾਏਗਾ, ਜਿਵੇਂ ਕਿਸੇ ਸੰਸਾਰੀ ਵੱਡੇ ਦੇ ਅੱਗੇ ਜਾ ਕੇ ਨਿਭਦੇ ਹਾਂ ਅਤੇ ਕੁਝ ਨਾ ਕੁਝ ਉਹਦੇ ਕੋਲੋਂ ਪ੍ਰਾਪਤ ਹੁੰਦਾ, ਕੁਝ ਨਾ ਕੁਝ ਉਹਦੇ ਕੋਲੋਂ ਮਿਲ ਹੀ ਜਾਂਦਾ, ਇਹ ਵੀ ਸੱਚ ਹੈ। ਪਰ ਪਿਆਰਿਓ, ਉਹਦੇ ਕੋਲੋਂ ਅਗਰ ਕੁਝ ਮਿਲਦਾ ਹੈ ਤਾਂ ਬਹੁਤ ਕੁਝ ਉਹਨੂੰ ਦੇਣਾ ਪੈਂਦਾ, ਭਾਵ ਉਹਦੇ ਅੱਗੇ ਝੁਕ ਕੇ ਜ਼ਮੀਰ ਮਾਰਨੀ ਪੈਂਦੀ ਹੈ। ਜਿਹੜੇ ਸੰਸਾਰੀ ਰੁਤਬਿਆਂ ਵਾਲੇ ਨੇ, ਉਹਨਾਂ ਦੇ ਅੱਗੇ ਝੁਕ ਕੇ ਆਪਣੇ ਆਪ ਨੂੰ ਮਾਰਨਾ ਪੈਂਦਾ, ਭਾਵ ਉਹਨਾਂ ਦੇ ਅੱਗੇ ਝੁਕਣ ਲਈ ਸੰਸਾਰ ਦੇ ਵਿੱਚ ਸਾਨੂੰ ਕਈ ਗੱਲਾਂ ਵੀ ਸੁਣਨੀਆਂ ਪੈ ਜਾਂਦੀਆਂ ਨੇ। ਪਰ ਦਾਤੇ ਅੱਗੇ ਝੁਕ ਕੇ ਰੁਤਬਾ ਉੱਚਾ ਹੁੰਦਾ। ਜਿਹੜਾ ਗੁਰੂ ਅੱਗੇ ਝੁਕ ਗਿਆ, ਉਹਨੂੰ ਸੰਸਾਰ ਹੱਥਾਂ 'ਤੇ ਚੁੱਕ ਲੈਂਦਾ, ਸੰਸਾਰ ਉਹਦੇ ਅੱਗੇ ਝੁਕਣਾ ਸ਼ੁਰੂ ਹੋ ਜਾਂਦਾ। ਇਹ ਸੱਚ ਹੈ। ਮਹਾਂਪੁਰਸ਼ਾਂ ਦੇ
ਚਰਨਾਂ ਦੇ ਉੱਤੇ ਜਾ ਕੇ ਸਾਰੀ ਦੁਨੀਆ ਡਿੱਗਦੀ ਹੈ, ਕਿਉਂਕਿ ਮਹਾਂਪੁਰਸ਼ ਅਕਾਲ ਪੁਰਖ ਦੇ ਚਰਨਾਂ 'ਚ ਡਿੱਗੇ ਹੁੰਦੇ ਨੇ, ਕਿਉਂਕਿ ਮਹਾਂਪੁਰਸ਼ ਅਕਾਲ ਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕੇ ਹੁੰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਬਾਰੰਬਾਰ ਸ਼ੁਭ ਗੁਣ ਅੰਦਰ ਧਾਰਨ ਕਰਕੇ ਦਾਤੇ ਦੇ ਅੱਗੇ ਝੁਕਣ ਦੀ ਹਦਾਇਤ ਕੀਤੀ ਹੈ। ਸੋ ਮਹਾਰਾਜ ਕਹਿਣ ਲੱਗੇ ਹਨ, ਜਦੋਂ ਤੂੰ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਤੋਂ ਵੱਡਾ ਹੈ ਉਹਦੇ ਅੱਗੇ ਝੁਕ ਗਿਆ, ਫਿਰ ਯਾਦ ਰੱਖੀ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ। ਜਦੋਂ ਤੂੰ ਆਪਣੇ ਸੱਜਣ ਦੇ ਅੱਗੇ, ਸੱਜਣ ਕਿਹੜਾ? ਸੱਜਣ ਸੱਚਾ ਪਾਤਸ਼ਾਹੋ, ਸੱਚੇ ਪਾਤਸ਼ਾਹ ਦੇ ਸਾਹਮਣੇ ਝੁਕ ਗਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਝੁਕ ਗਿਆ, ਤੇ ਯਾਦ ਰੱਖੀ ਦਾਵਣ, ਦਾਵਣ ਤੋਂ ਭਾਵ ਹੁੰਦਾ ਦਾਮਨ ਤੋਂ ਦਾਵਣ ਬਣਿਆ, ਦਾਮਨ ਪੱਲਾ, ਦਾਮਨ ਅੰਚਲ ਪਕੜ ਲੈਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਦਾਵਣ ਪਕੜ ਕੇ, ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਪੱਲਾ ਪਕੜ ਕੇ, ਗੁਰੂ ਸਾਹਿਬ ਜੀ ਦੇ ਚਰਨ ਪਕੜ ਕੇ ਹਰ ਸੱਜਣ ਦਾਵਣ ਲੱਗਿਆ। ਜਦੋਂ ਤੂੰ ਆਪਣੇ ਦਾਤੇ ਦੇ ਚਰਨਾਂ ਦੇ ਨਾਲ ਲੱਗ ਗਿਆ, ਜੁੜ ਗਿਆ, ਪੱਲਾ ਗੁਰੂ ਸਾਹਿਬ ਮਹਾਰਾਜ ਜੀ ਦਾ ਫੜ ਲਿਆ, ਤੇ ਮਹਾਰਾਜ ਕਹਿਣ ਲੱਗੇ ਕਿਸੈ ਨਾ ਦੇਈ ਬੰਨ। ਹੁਣ ਤੈਨੂੰ ਕੋਈ ਬੰਨ੍ਹ ਨਹੀਂ ਸਕਦਾ, ਤੈਨੂੰ ਕੋਈ ਜਕੜ ਨਹੀਂ ਸਕਦਾ। ਸਾਨੂੰ ਜਕੜਦਾ ਕੌਣ ਹੈ? ਸਾਨੂੰ ਜਕੜਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਦੇ ਵਿੱਚੋਂ ਨਿਕਲੇ ਹੋਏ ਅਸ਼ੁਭ ਗੁਣ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿੱਚੋਂ ਨਿਕਲੇ ਹੋਏ ਮਾੜੇ ਗੁਣ ਜਿਹੜੇ ਨੇ, ਉਹ ਸਾਨੂੰ ਜਕੜ ਲੈਂਦੇ ਨੇ। ਤ੍ਰਿਸ਼ਨਾ ਜਕੜ ਲੈਂਦੀ ਹੈ। ਲੋਭ ਤੋਂ ਜਿਹੜਾ ਪੈਦਾ ਹੋਇਆ ਗੁਣ ਔਗਣ ਹੈ ਉਹ ਜਕੜ ਲੈਂਦਾ, ਮੋਹ ਤੋਂ ਜਿਹੜਾ ਪੈਦਾ ਹੋਇਆ ਔਗਣ ਹੈ ਉਹ ਜਕੜ ਲੈਂਦਾ। ਇਸ ਤਰ੍ਹਾਂ ਅਸ਼ੁਭ ਗੁਣ ਜਿਹੜੇ ਨੇ ਉਹ ਸਾਨੂੰ ਪਕੜ ਕੇ ਜਕੜ ਕੇ ਬੰਨ੍ਹ ਲੈਂਦੇ ਨੇ, ਅਤੇ ਬੱਝਿਆ ਹੋਇਆ ਮਨੁੱਖ ਫਿਰ ਪਾਪ ਕਰਮ ਕਰਦਾ। ਮਹਾਰਾਜ ਕਹਿਣ ਲੱਗੇ, ਪਰ ਜੇ ਤੂੰ ਗੁਰੂ ਸਾਹਮਣੇ ਝੁਕ ਗਿਆ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਹਮਣੇ ਝੁਕ ਗਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਝੁਕ ਗਿਆ, ਸਿਖਾਈ ਯਾਦ ਰੱਖੀ, ਤੈਨੂੰ ਕੋਈ ਮਾੜਾ ਗੁਣ ਬੰਨ੍ਹ ਨਹੀਂ ਸਕਦਾ। ਤੈਨੂੰ ਕੋਈ ਮਾੜਾ ਗੁਣ ਜਿਹੜਾ ਹੈ, ਔਗਣ ਜਿਹੜਾ ਹੈ, ਪਾਪ ਕਰਮ ਜਿਹੜੇ ਨੇ ਉਹ ਤੈਨੂੰ ਬੰਨ੍ਹਣ ਨਹੀਂ ਪਾ ਸਕਦੇ, ਜਮ ਤੈਨੂੰ ਬੰਨ੍ਹਣ ਨਹੀਂ ਪਾ ਸਕਦਾ। ਮਹਾਰਾਜ ਕਹਿਣ ਲੱਗੇ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ। ਹੁਣ ਤੈਨੂੰ ਕੋਈ ਬੰਨ੍ਹ ਨਹੀਂ ਸਕਦਾ। ਇਹ ਫਾਇਦਾ ਹੈ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਝੁਕਣ ਦਾ। ਜਦੋਂ ਸਿੱਖ ਗੁਰੂ ਅੱਗੇ ਝੁਕ ਗਿਆ, ਪਹਿਲਾ ਗੁਣ, ਪਹਿਲਾ ਜਿਹੜਾ ਹੈ ਫਾਇਦਾ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ। ਹੁਣ ਇਹਨੂੰ ਕੋਈ ਬੰਨ੍ਹ ਨਹੀਂ ਸਕਦਾ। ਹੁਣ ਇਹਦੀ ਗੁਲਾਮੀ ਖਤਮ ਹੋ ਗਈ। ਹੁਣ ਕੋਈ ਵੀ ਇਹਦੇ ਉੱਤੇ ਹੁਕਮ ਨਹੀਂ ਚਲਾਏਗਾ ਸਿਵਾਏ ਸਤਿਗੁਰੂ ਤੋਂ। ਹੁਣ ਇਹ ਕਿਸੇ ਦੇ ਹੁਕਮ ਵਿੱਚ ਬੱਝ ਨਹੀਂ ਸਕਦਾ ਸਿਵਾਏ ਦਾਤੇ ਤੋਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜਦੋਂ ਤੂੰ ਕਿਸੇ ਦੇ ਹੁਕਮ ਵਿੱਚ ਬੱਝਿਆ ਹੀ ਨਹੀਂ, ਅਕਾਲ ਪੁਰਖ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ, ਜਦੋਂ ਤੈਨੂੰ ਅਸ਼ੁਭ ਗੁਣ ਬੰਨ੍ਹ ਨਹੀਂ ਸਕਣਗੇ, ਫਿਰ ਯਾਦ ਰੱਖੀ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਸੰਨ ਤੋਂ ਭਾਵ ਹੁੰਦਾ ਪਾੜ ਕੇ ਕਿਸੇ ਚੀਜ਼ 'ਚੋਂ ਰਸਤਾ ਬਣਾ ਲੈਣਾ। ਸੰਨ ਤੋਂ ਭਾਵ ਹੁੰਦਾ ਪਾੜਨਾ, ਰਸਤਾ ਬਣਾ ਲੈਣਾ। ਪਰ ਮਹਾਰਾਜ ਕਹਿਣ ਲੱਗੇ ਔਗਣ ਜਿਹੜੇ ਨੇ ਨਾ, ਔਗਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਇਹ ਸਾਡੇ ਸ਼ੁਭ ਗੁਣ ਜਿਹੜੇ ਨੇ ਸਾਡੇ ਅੰਦਰ, ਉਹਨਾਂ ਨੂੰ ਪਾੜ ਕੇ ਆਪਣਾ ਰਸਤਾ ਬਣਾ ਕੇ ਸਾਡੇ ਅੰਤਰ ਆਤਮੇ ਨੂੰ ਖਰਾਬ ਕਰ ਦਿੰਦੇ ਨੇ। ਸਾਡੇ ਮਾਨਸਿਕ ਮੰਡਲ ਦੇ ਵਿੱਚ ਜਿਹੜੀਆਂ ਚੰਗੀਆਂ ਤਰੰਗਾਂ ਨੇ, ਜਿਨ੍ਹਾਂ ਨੇ ਸਾਨੂੰ ਦਾਤੇ ਨਾਲ ਜੋੜਨਾ ਹੈ, ਜਿਨ੍ਹਾਂ ਨੇ ਸਾਨੂੰ ਸਮਾਜ ਦੇ ਵਿੱਚ ਚੰਗੇ ਕਰਮ ਕਰਨ ਲਈ ਪ੍ਰੇਰਨਾ ਹੈ, ਮਾੜੇ ਗੁਣ ਜਿਹੜੇ ਨੇ ਉਹ ਸੰਨ ਲਾ ਕੇ, ਕਿਉਂਕਿ ਸਾਡੇ ਸ਼ੁਭ ਗੁਣ ਇੰਨੇ ਜ਼ਿਆਦਾ ਹੁੰਦੇ ਨਹੀਂ, ਮਾੜੇ ਗੁਣ ਜਿਹੜੇ ਨੇ, ਮਾੜੀਆਂ ਤਾਕਤਾਂ ਜਿਹੜੀਆਂ ਨੇ, ਅਸ਼ੁਭ ਤਾਕਤਾਂ, ਉਹ ਸਾਡੇ ਅੰਦਰ ਸੰਨ ਲਾ ਕੇ ਮਾਨਸਿਕ ਮੰਡਲ ਦੇ ਵਿੱਚ ਆਪਣਾ ਘਰ ਕਰ ਲੈਂਦੀਆਂ ਨੇ, ਅਤੇ ਫਿਰ ਸਾਡੇ ਇਸ ਤਨ ਦੇ ਕੋਲੋਂ ਮਨ ਚਾਹੇ ਕੰਮ ਕਰਾ ਲੈਂਦੀਆਂ ਨੇ। ਤਾਂ ਹੀ ਅਸੀਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਾੜੇ ਚੰਗੇ ਦੀ ਪਛਾਣ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭੁਲਾ ਕੇ ਮਾੜੇ ਕੰਮ ਕਰਦੇ ਹਾਂ। ਝੂਠ ਬੋਲ ਬੋਲ ਕੇ, ਬੇਅੰਤ ਤਰੀਕਿਆਂ ਦੇ ਨਾਲ ਠੱਗੀਆਂ ਠੋਰੀਆਂ ਇਕੱਠੀਆਂ ਕਰਕੇ ਮਨੁੱਖ ਜਿਹੜਾ ਹੈ ਉਹ ਪਾਪ ਕਰਮ ਫਿਰ ਕਰ ਲੈਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇਹ ਵੀ ਤੇਰੇ ਅੰਦਰੋਂ ਅਸ਼ੁਭ ਗੁਣ ਖਤਮ ਹੋ ਜਾਣਗੇ ਜੇ ਤੂੰ ਗੁਰੂ ਅੱਗੇ ਨਿਭ ਜਾਏਂਗਾ। ਨਿਭਣਾ ਪੂਰਨ ਤੌਰ 'ਤੇ ਹੈ, ਇਹ ਨਹੀਂ ਲੋਕ ਦਿਖਾਵੇ ਵਾਲਾ ਨਿਭਣਾ। ਚੋਲਾ ਪਾਇਆ ਹੋਵੇ, ਵੱਡਾ ਲੰਬਾ ਚੋਲਾ ਪਾਇਆ ਹੋਵੇ, ਚਿੱਟੇ ਰੰਗ ਦਾ, ਬੜਾ ਹੀ ਸੋਹਣਾ ਬਾਹਰੋਂ ਦਿਖਦਾ ਹੋਵੇ, ਰੰਗ ਬਰੰਗਿਆ ਪੂਰਾ ਆਪਣੇ ਆਪ ਨੂੰ ਚੋਲਿਆਂ ਦੇ ਵਿੱਚ ਰੰਗਿਆ ਹੋਵੇ, ਪਰ ਸ਼ੁਭ ਗੁਣ ਅੰਦਰ ਇੱਕ ਵੀ ਨਾ ਹੋਵੇ, ਗੁਰੂ ਕੀ ਬਾਣੀ ਪੜ੍ਹਦਾ ਨਾ ਹੋਵੇ, ਕੋਈ ਵੀ ਸ਼ੁਭ ਗੁਣ ਨਾ ਹੋਵੇ। ਅਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਫਿਰ ਦਾਤਾ ਤੈਨੂੰ ਪ੍ਰਾਪਤ ਨਹੀਂ ਹੋਣਾ,
ਇਹ ਗੁਰੂ ਦੇ ਅੱਗੇ ਨਿਵਣਾ ਨਹੀਂ। ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਨਿਵਣਾ ਕੀ ਹੈ? ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹ ਕੇ ਅਸ਼ੁਭ ਗੁਣਾਂ ਨੂੰ ਖਤਮ ਕਰਕੇ ਸ਼ੁਭ ਗੁਣ ਲੈ ਆਉਣੇ। ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਨਿਵਣਾ ਕੀ ਹੈ? ਇਹ ਕਿਸੇ ਦੇ ਦਿਲ ਨੂੰ ਦਿਖਾਉਂਦਾ ਨਹੀਂ। ਗੁਰੂ ਸਾਹਿਬ ਜੀ ਦੇ ਅੱਗੇ ਨਿਵਣਾ ਕੀ ਹੈ? ਕਿਸੇ ਦਾ ਦਿਲ ਨਹੀਂ ਤੋੜਦਾ। ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਨਿਵਣਾ ਕੀ ਹੈ? ਸੱਚ ਬੋਲਦਾ। ਬਾਜਾਂ ਵਾਲੇ ਦੀ ਬਖਸ਼ਿਸ਼ ਕੀਤੀ ਅੰਮ੍ਰਿਤ ਕੀ ਦਾਤ ਨੂੰ ਪ੍ਰਾਪਤ ਕਰਕੇ 5 ਕਕਾਰਾਂ ਦਾ ਧਾਰਨੀ ਬਣ ਕੇ 5 ਬਾਣੀਆਂ ਦਾ ਨਿਤਨੇਮੀ ਘੱਟ ਤੋਂ ਘੱਟ ਬਣ ਜਾਂਦਾ। ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਨਿਵਣਾ ਇਹ ਹੈ, ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਜਾਣੀ। ਮਹਾਰਾਜ ਕਹਿਣ ਲੱਗੇ, ਤੇਰੇ ਅੰਦਰ ਸੰਨ ਵੀ ਕੋਈ ਨਹੀਂ ਲਾ ਸਕਦਾ। ਤੇਰੇ ਅੰਦਰ ਅਸ਼ੁਭ ਗੁਣ ਜਿਹੜੇ ਹਨ ਉਹ ਪਾੜਾ ਪਾ ਕੇ ਰਸਤਾ ਬਣਾ ਕੇ ਤੇਰੇ ਮਾਨਸਿਕ ਮੰਡਲ ਦੇ ਵਿੱਚ ਨਹੀਂ ਵੜ ਸਕਦੇ। ਕਿਉਂ ਨਹੀਂ ਵੜ ਸਕਦੇ? ਜੇ ਤੂੰ ਅਕਾਲ ਪੁਰਖ ਵਾਹਿਗੁਰੂ ਅੱਗੇ ਝੁਕਿਆ ਹੈ। ਮਾਣਕ ਮੋਤੀ ਨਾਮ ਪ੍ਰਭ, ਜਿਹਦੇ ਹਿਰਦੇ ਵਿੱਚ ਮਾਣਕਾਂ ਮੋਤੀਆਂ ਤੋਂ ਵੀ ਕੀਮਤੀ ਨਾਮ ਜਿਹੜਾ ਹੈ ਦਾਤੇ ਦਾ। ਯਾਦ ਰੱਖਿਓ, ਮਾਣਕਾਂ ਦੀ ਮੋਤੀਆਂ ਦੀ ਕੀਮਤ ਹੈ, ਪਰ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਅਨੁਸਾਰ ਨਾਮ ਬੇਸ਼ਕੀਮਤੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹ ਇੰਨਾ ਕੀਮਤੀ ਹੈ ਜਿਹਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਜਿਵੇਂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਭਗਤ ਭੀਖਣ ਜੀ ਦਾ ਪਵਿੱਤਰ ਵਚਨ ਹੈ, ਜੈਸੇ ਗੂੰਗੇ ਕੀ ਮਠਿਆਈ। ਮਹਾਰਾਜ ਕਹਿਣ ਲੱਗੇ, ਬਾਬਾ ਭੀਖਣ ਜੀ ਕਹਿੰਦੇ ਗੂੰਗੇ ਦੀ ਮਠਿਆਈ ਹੈ ਨਾਮ ਜਪਣਾ। ਤੇ ਗੂੰਗੇ ਨੇ ਮਠਿਆਈ ਖਾਧੀ ਤੇ ਉਹਨੂੰ ਪੁੱਛੋਗੇ ਕਿਹੋ ਜਿਹਾ ਸਵਾਦ ਹੈ, ਕਿਉਂਕਿ ਉਹ ਬੋਲ ਨਹੀਂ ਸਕਦਾ ਨਾ, ਫਿਰ ਉਹ ਆਪਣੇ ਹਾਵ ਭਾਵ ਤੋਂ ਹੀ ਦੱਸ ਸਕਦਾ ਕਿ ਸਵਾਦ ਕਿਹੋ ਜਿਹਾ, ਪਰ ਉਹ ਮਾਣ ਰਿਹਾ ਹੁੰਦਾ ਆਨੰਦ। ਹੁਣ ਸਾਡੇ ਵਰਗਾ ਬਾਹਰ ਕੋਈ ਕਵੇ ਕਿ ਇਹਨੂੰ ਪਤਾ ਹੀ ਨਹੀਂ ਸਵਾਦ ਦਾ, ਪਰ ਨਹੀਂ, ਕਿਉਂਕਿ ਉਸਨੇ ਸਵਾਦ ਦਾ ਆਨੰਦ ਮਾਣ ਲਿਆ। ਨਾਮ ਦੇ ਸਵਾਦ ਦਾ ਜਿਹਨੇ ਆਨੰਦ ਮਾਣਿਆ ਹੈ ਉਹਦੇ ਵਾਸਤੇ ਉਹ ਆਨੰਦ ਜਿਹੜਾ ਹੈ ਮੋਤੀਆਂ ਤੋਂ, ਮਾਣਕਾਂ ਤੋਂ, ਹੀਰੇ ਜਵਾਹਰਾਤਾਂ ਤੋਂ ਵੀ ਉੱਪਰ ਹੋ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਕਿ ਨਾਮ ਜਿਹੜਾ ਹੈ ਉਹਦਾ ਸਵਾਦ ਕੀ ਹੈ। ਇਸੇ ਕਰਕੇ ਸੰਤ ਮਹਾਂਪੁਰਸ਼ ਜਿਹੜੇ ਹੁੰਦੇ ਨੇ, ਗੁਰਮੁਖ ਪਿਆਰੇ ਜਿਹੜੇ ਹੁੰਦੇ ਨੇ, ਨਾਮ ਰਸੀਏ, ਉਹ ਨਾਮ ਦੇ ਰਸ ਦਾ ਆਨੰਦ ਮਾਣਦੇ ਹੋਏ ਉਹਨਾਂ ਦੀ ਰਸਨਾ ਵੀ ਚੁੱਪ ਕਰ ਜਾਂਦੀ ਹੈ। ਉਹ ਫਿਰ ਬਹੁਤਾ ਭੱਜਦੇ ਨਹੀਂ। ਮਾਨਸਿਕ ਮੰਡਲ ਵੀ ਉਹਨਾਂ ਦਾ ਤ੍ਰਿਸ਼ਨਾਲੀ ਬਿਰਤੀ ਤੋਂ ਦੂਰ ਹੋ ਜਾਂਦਾ ਹੈ ਅਤੇ ਉਹਨਾਂ ਦਾ ਮਾਨਸਿਕ ਮੰਡਲ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਪੂਰਨ ਤੌਰ 'ਤੇ ਨਿਵਿਆ ਹੁੰਦਾ। ਉਹਨਾਂ ਨੂੰ ਹੁਣ ਕੋਈ ਮਾੜਾ ਬਚਨ ਵੀ ਬੋਲ ਦੇਵੇ ਕੋਈ ਪਰਵਾਹ ਹੀ ਨਹੀਂ, ਭਾਵੇਂ ਉਹਨਾਂ ਨੂੰ ਕੋਈ ਪੱਥਰ ਮਾਰ ਦੇਵੇ, ਭਾਵੇਂ ਉਹਨਾਂ ਨੂੰ ਕੋਈ ਮਾੜਾ ਬਚਨ ਬੋਲ ਦੇਵੇ, ਉਹਨਾਂ ਨੂੰ ਕਿਸੇ ਗੱਲ ਦੀ ਫਿਰ ਪਰਵਾਹ ਨਹੀਂ ਹੁੰਦੀ, ਕਿਉਂਕਿ ਉਹ ਬੇਪਰਵਾਹ ਬਣ ਜਾਂਦੇ ਨੇ। ਲਾਪਰਵਾਹ ਅਤੇ ਬੇਪਰਵਾਹ 'ਚ ਬੜਾ ਫਰਕ ਹੈ। ਲਾਪਰਵਾਹ ਅਸੀਂ ਸੰਸਾਰੀ ਹੋ ਸਕਦੇ ਹਾਂ, ਮਹਾਂਪੁਰਸ਼ ਗੁਰਮੁਖ ਪਿਆਰੇ ਬੇਪਰਵਾਹ ਹੁੰਦੇ ਨੇ, ਅਤੇ ਲਾਪਰਵਾਹ ਜਿਹੜਾ ਹੈ ਉਹ ਮਨੁੱਖ ਸਤਿਗੁਰੂ ਨੂੰ ਪ੍ਰਵਾਨ ਨਹੀਂ। ਅਤੇ ਬੇਪਰਵਾਹ ਜਿਹੜਾ ਹੈ ਕਿਸੇ ਚੀਜ਼ ਦੀ ਫਿਰ ਪਰਵਾਹ ਕਰਨੀ ਨਹੀਂ, ਚਾਹੇ ਕੋਈ ਮੈਨੂੰ ਮਾੜਾ ਬੋਲ ਲਵੇ, ਚਾਹੇ ਕੋਈ ਮੈਨੂੰ ਜੋ ਮਰਜ਼ੀ ਕਹਿ ਲਵੇ ਆ ਕੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜਿਹਨੂੰ, ਜਿਸ ਮਨੁੱਖ ਦੇ ਅੰਦਰ, ਜਿਸ ਜੀਵ ਦੇ ਅੰਦਰ ਨਾਮ ਵਸ ਗਿਆ, ਉਹ ਜੀਵ ਫਿਰ ਮਾਣਕਾਂ ਤੋਂ ਵੀ ਉੱਪਰ ਨਾਮ ਜੋ ਹੈ, ਮਾਣਕਾਂ ਤੋਂ ਵੀ ਉੱਪਰ ਸਤਿਗੁਰੂ ਜੀ ਦੀ ਕੀਰਤੀ ਜੋ ਹੈ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਉਸ ਨੂੰ ਮਾਣ ਕੇ ਉਹਦੇ ਅਨੁਸਾਰ ਆਪਣਾ ਜੀਵਨ ਜੋ ਹੈ ਉਸ ਨੂੰ ਬਤੀਤ ਕਰਨ ਲੱਗ ਪੈਂਦੇ ਹਨ। ਮਹਾਰਾਜ ਕਹਿਣ ਲੱਗੇ, ਮਾਣਕਾਂ ਤੋਂ ਉੱਪਰ ਨਾਮ ਪ੍ਰਾਪਤ ਹੋ ਜਾਂਦਾ ਹੈ। ਉਸ ਨਾਮ ਦੀ ਤਾਕਤ ਨੂੰ ਸਿੱਖ ਆਨੰਦ ਨੂੰ ਮੰਨਣ ਲੱਗ ਪੈਂਦਾ ਅਤੇ ਫਿਰ ਔਗਣ ਜਿਹੜੇ ਨੇ ਉਹ ਸੰਨ ਲਾ ਕੇ ਉਹਦੇ ਅੰਦਰ ਘਰ ਨਹੀਂ ਕਰ ਸਕਦੇ। ਅਗਲੀ ਪੰਕਤੀ 'ਚ ਮਹਾਰਾਜ ਕਿਰਪਾ ਕਰਦੇ, ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਜਦੋਂ ਅਕਾਲ ਪੁਰਖ ਦੇ ਅੱਗੇ ਝੁਕ ਗਿਆ, ਮਾਣਕਾਂ ਤੋਂ ਵੀ ਉੱਪਰ ਨਾਮ ਪ੍ਰਾਪਤ ਹੋ ਗਿਆ, ਅਸ਼ੁਭ ਗੁਣ ਖਤਮ ਹੋ ਗਏ, ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਗਈ, ਗੁਲਾਮੀ ਖਤਮ ਹੋ ਗਈ, ਫਿਰ ਉਹਨੂੰ ਸਾਰੇ ਰੰਗ ਜਿਹੜੇ ਨੇ, ਰੰਗ ਕਈ ਤਰ੍ਹਾਂ ਦੇ ਹਨ ਸੰਸਾਰ ਦੇ ਵਿੱਚ, ਆ ਕਾਲੇ ਨੀਲੇ ਪੀਲੇ ਰੰਗ ਤੇ ਹਨ, ਇਹਨਾਂ ਤੋਂ ਉੱਪਰ ਵੀ ਰੰਗ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਰੰਗ ਜਿਹੜੇ ਨੇ, ਇਹ ਵੀ ਰੰਗ ਜਿਹੜੇ ਨੇ, ਅਤੇ ਸੰਸਾਰ ਦੇ ਜਿੰਨੇ ਚੋਜ ਤਮਾਸ਼ੇ ਨੇ ਉਹ ਵੀ ਸਾਰੇ ਰੰਗ ਹੀ ਨੇ। ਮਹਾਰਾਜ ਜੀ ਕਹਿੰਦੇ ਨੇ ਫਿਰ ਸਾਰੇ ਰੰਗ ਜਿਹੜੇ ਨੇ ਇਹਨੂੰ ਨਾਰਾਇਣ ਦੇ ਨਜ਼ਰ ਆਉਣ ਲੱਗ ਪੈਂਦੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਸਵਰੂਪ ਜਿਹੜਾ ਹੈ ਇਹਨੂੰ ਸਾਰਿਆਂ ਦੇ ਵਿੱਚ ਫਿਰ ਨਜ਼ਰ ਆਉਣ ਲੱਗ ਪੈਂਦਾ। ਜਦੋਂ ਨਾਮ ਹਿਰਦੇ 'ਚ ਵਸ ਗਿਆ, ਸਿੱਖ ਗੁਰੂ ਅੱਗੇ ਝੁਕ ਗਿਆ, ਫਿਰ ਸਾਰੇ ਰੰਗ ਜਿਹੜੇ ਨੇ, ਚੋਜ ਤਮਾਸ਼ੇ ਜਿਹੜੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦੇ ਇਹਨੂੰ ਸੋਹਣੇ ਲੱਗਣ ਲੱਗ ਪੈਂਦੇ ਨੇ। ਇਹਦਾ ਮਨ ਜਿਹੜਾ ਹੈ ਜਿੰਨੇ ਵੀ ਰੰਗਾਂ ਨੂੰ ਲੋਚਦਾ ਹੈ, ਜਿੰਨੀਆਂ ਵੀ ਗੱਲਾਂ ਨੂੰ ਲੋਚਦਾ ਹੈ,
ਜਿੰਨੀਆਂ ਵੀ ਇੱਛਾਵਾਂ ਨੂੰ ਲੋਚਦਾ ਹੈ, ਉਹ ਸਾਰੀਆਂ ਇੱਛਾਵਾਂ ਗੱਲਾਂ ਜਿੰਨੀਆਂ ਵੀ ਨੇ ਉਹ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਇਸ ਨੂੰ ਨਜ਼ਰ ਆਉਣ ਲੱਗ ਪੈਂਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਹੁਣ ਕੀ ਹੁੰਦਾ, ਨਾਮ ਵਸ ਗਿਆ ਅੰਦਰ, ਰੰਗ ਵੀ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਨਜ਼ਰ ਆਉਣ ਲੱਗ ਪਏ। ਹੁਣ ਕੀ ਹੋ ਰਿਹਾ ਹੈ, ਜੋ ਹਰ ਲੋੜੇ ਸੋ ਕਰੇ। ਹੁਣ ਇਹ ਜੋ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਨੁਸਾਰ ਕੰਮਕਾਰ ਕਰਨਾ ਹੈ, ਇਸ ਨੇ ਕੋਈ ਵੀ ਕਾਰਜ ਕਰਨਾ ਹੈ ਦਾਤੇ ਦੇ ਹੁਕਮਾਂ ਅਨੁਸਾਰ ਕਰਦਾ ਹੈ। ਹੁਣ ਇਹ ਆਪਣੇ ਮਨ ਦੀਆਂ ਮਨਿਆਈਆਂ ਨਹੀਂ ਕਰਦਾ, ਹੁਣ ਇਹ ਆਪਣੇ ਮਨ ਕਰਕੇ ਨਹੀਂ ਚੱਲਦਾ, ਹੁਣ ਇਹ ਗੁਰੂ ਕਰਕੇ ਚੱਲਦਾ, ਹੁਣ ਗੁਰਮੁਖ ਬਣ ਗਿਆ। ਮਹਾਰਾਜ ਕਹਿਣ ਲੱਗੇ ਫਿਰ ਆਪ ਵੀ ਕਰਦਾ ਅਤੇ ਹੋਰਨਾਂ ਨੂੰ ਪ੍ਰੇਰਨਾ ਵੀ ਦਿੰਦਾ। ਸੋਈ ਜੀ ਕਰਨ, ਫਿਰ ਇਹ ਸਾਰੇ ਜੀਵ ਜੰਤੂਆਂ ਤੋਂ ਵੀ ਉਹੋ ਜਿਹੀ ਇੱਛਾ ਚਾਹੁੰਦਾ। ਜਿਵੇਂ ਅਸੀਂ ਝੂਠ ਬੋਲੀਏ ਅਤੇ ਫਿਰ ਸਾਡਾ ਮਨ ਕਰਦਾ ਕਿ ਹੁਣ ਮੇਰੇ ਨਾਲ ਵੀ ਜਿਹੜਾ ਹੈ ਉਹ ਮੇਰੇ ਝੂਠ ਦੇ ਵਿੱਚ ਸ਼ਰੀਕ ਹੋ ਜਾਵੇ, ਉਸੇ ਤਰ੍ਹਾਂ ਹੀ ਬੋਲੇ। ਪਰ ਜਦੋਂ ਸ਼ੁਭ ਗੁਣ ਅੰਦਰ ਆ ਜਾਂਦੇ ਨੇ, ਸਿੱਖ ਆਪ ਵੀ ਸੱਚ ਬੋਲਦਾ, ਸੱਚ ਦੇ ਮਾਰਗ 'ਤੇ ਚੱਲਦਾ ਅਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਸੱਚ ਦੇ ਮਾਰਗ 'ਤੇ ਚੱਲਣ ਦੀ ਕਰਦਾ ਹੈ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਹੈ ਧਨ। ਜਿਨ੍ਹਾਂ ਨੂੰ ਮਾਲਕ ਨੇ ਆਪਣੇ ਬਣਾ ਲਿਆ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੂੰ ਮਾਲਕ ਨੇ ਆਪਣੇ ਬਣਾ ਲਿਆ। ਜਿਹੜੇ ਮਾਲਕ ਅੱਗੇ ਝੁਕ ਗਏ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕ ਗਏ, ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਝੁਕ ਗਏ, ਉਹਨੂੰ ਮਹਾਰਾਜ ਜੀ ਨੇ ਆਪਣੇ ਬਣਾ ਲਿਆ ਅਤੇ ਉਹ ਧਨ ਹੋ ਗਏ, ਉਹ ਧਨਤਾ ਦੇ ਯੋਗ ਹੋ ਗਏ, ਪੂਜਣ ਦੇ ਯੋਗ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਸਿੱਖਾ ਆਪਣੇ ਦਾਤੇ ਦੇ ਸ਼ੁਭ ਗੁਣ ਆਪਣੇ ਅੰਦਰ ਲੈ ਆਵੀਂ ਅਤੇ ਸਤਿਗੁਰੂ ਦਾ ਬਣ ਜਾਵੀਂ। ਤੈਨੂੰ ਸਾਰੇ ਧਨ ਧਨ ਕਹਿਣਗੇ, ਤੈਨੂੰ ਸਾਰੇ ਧਨਤਾ ਯੋਗ ਬਣਾ ਕੇ ਪੂਜਣਗੇ, ਤੈਨੂੰ ਸਾਰੇ ਹੀ ਬੜਾ ਪਿਆਰਾ ਗੁਰਸਿੱਖ ਕਹਿਣਗੇ। ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ। ਪਰ ਜੇ ਤੂੰ ਸੋਚੇਂ ਕਿ ਇਹ ਸਾਰਾ ਕੁਝ ਮੈਂ ਆਪ ਕਰ ਸਕਦਾ, ਭਾਵ ਜਿਵੇਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹੋਏ ਸਾਡੇ ਮਨ ਦੀ ਦਸ਼ਾ ਅਹੰਕਾਰ ਕਰਕੇ ਬਣੀ ਹੈ ਕਿ ਆਹ ਚੀਜ਼ ਮੈਂ ਬਣਾਈ, ਆਹ ਘਰ ਮੈਂ ਬਣਾਇਆ, ਆਹ ਬੱਚੇ ਮੇਰੇ ਨੇ, ਆਹ ਪਰਿਵਾਰ ਮੇਰਾ ਹੈ, ਜਾਂ ਆਹ ਵਸਤੂਆਂ ਮੇਰੀਆਂ ਨੇ। ਅਤੇ ਮਹਾਰਾਜ ਜੀ ਕਹਿਣ ਲੱਗੇ, ਪਿਆਰਿਆ ਯਾਦ ਰੱਖੀ, ਜੇ ਤੂੰ ਇਸ ਤਰ੍ਹਾਂ ਸੋਚੇਂਗਾ ਤਾਂ ਤੈਨੂੰ ਰੋਣਾ ਹੀ ਪ੍ਰਾਪਤ ਹੋਵੇਗਾ। ਜੇ ਤੂੰ ਇਸ ਤਰ੍ਹਾਂ ਸੋਚੇਂਗਾ ਤਾਂ ਫਿਰ ਤੂੰ ਰੋਵੇਂਗਾ। ਔਰ ਉਸ ਦੀ ਉਦਾਹਰਣ ਹੈ, ਜੀਵ ਆਤਮਾ ਰੋਂਦੀ ਹੈ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੀ ਹੋਣ ਕਰਕੇ। ਜੀਵ ਆਤਮਾ ਰੋਂਦੀ ਹੈ ਦਾਤੇ ਤੋਂ ਵਿਛੜੀ ਹੋਣ ਕਰਕੇ। ਮਨੁੱਖ ਵੀ ਰੋ ਰਿਹਾ, ਸਰੀਰ ਰੂਪ ਦੇ ਵਿੱਚ ਰੋ ਰਿਹਾ, ਹਰ ਵਕਤ ਰੋਣਾ ਹੈ ਇਸ ਦਾ, ਆਹ ਵਸਤੂ ਨਹੀਂ ਮੈਨੂੰ ਮਿਲੀ, ਆਹ ਵਸਤੂ ਨਹੀਂ ਪ੍ਰਾਪਤ ਹੋਈ। ਮਹਾਰਾਜ ਜੀ ਨੇ ਅਨੇਕਾਂ ਤਰ੍ਹਾਂ ਦਾ ਰੋਣਾ ਜਿਹੜਾ ਹੈ ਉਹ ਵਰਣਨ ਕੀਤਾ ਹੈ ਅਤੇ ਸੰਸਾਰ ਦੇ ਵਿੱਚ ਚੱਲਦਿਆਂ ਹੋਇਆਂ ਅਸੀਂ ਰੋਂਦੇ ਹਾਂ। ਪਰ ਦਾਤਾ ਜੀ ਸਮਝਾ ਰਹੇ ਹਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜੇ ਤੇਰਾ ਆਪਣਾ ਕੀਤਾ ਹੋਇਆ ਸਾਰਾ ਕੁਝ ਹੁੰਦਾ ਤਾਂ ਫਿਰ ਵਿਛੜ ਕੇ ਰੋਂਦਾ ਕਿਉਂ? ਫਿਰ ਤੈਨੂੰ ਰੋਣਾ ਕਿਸ ਗੱਲ ਦਾ ਸੀ? ਹੁਣ ਤੂੰ ਰੋਣਾ ਹੈ ਕਿਉਂਕਿ ਤੇਰਾ ਕੀਤਾ ਹੋਇਆ ਕੁਝ ਨਹੀਂ ਹੋ ਰਿਹਾ। ਇਸ ਗੱਲ ਨੂੰ ਦਿਮਾਗ ਵਿੱਚ ਧਾਰਨ ਕਰ ਲੈ, ਆਪਣੇ ਮਨ ਦੇ ਵਿੱਚ ਫਿੱਟ ਕਰ ਲੈ ਕਿ ਤੇਰਾ ਕੀਤਾ ਹੋਇਆ ਇੱਥੇ ਕੁਝ ਨਹੀਂ ਹੋ ਰਿਹਾ, ਸਭ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮਾਂ ਵਿੱਚ ਹੋ ਰਿਹਾ। ਅਤੇ ਜਦੋਂ ਮਨ ਨੇ ਇਹ ਗੱਲ ਮੰਨ ਲਈ ਨਾ, ਐਕਸੈਪਟ ਕਰ ਲਈ, ਅਤੇ ਸੱਚ ਹੈ ਸਾਧ ਸੰਗਤ ਜੀ, ਫਿਰ ਮਨ ਝੁਕ ਵੀ ਜਾਏਗਾ। ਮਨ ਝੁਕਦਾ ਹੀ ਇਸ ਕਰਕੇ ਨਹੀਂ ਕਿਉਂਕਿ ਮਨ ਇਹ ਸੋਚਦਾ ਹੈ ਕਿ ਮੈਂ ਹੀ ਸਭ ਕੁਝ ਕਰ ਰਿਹਾ। ਜਦੋਂ ਮਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ ਕਿ ਸਾਰਾ ਕੁਝ ਮੇਰੇ ਦੁਆਰਾ ਨਹੀਂ ਹੋ ਰਿਹਾ, ਮੇਰੇ ਦੁਆਰਾ ਕੁਝ ਵੀ ਨਹੀਂ ਹੋ ਰਿਹਾ, ਜਦੋਂ ਮਨ ਨੇ ਇਹ ਗੱਲ ਮੰਨ ਲਈ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਫਿਰ ਮਨ ਝੁਕ ਜਾਏਗਾ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ। ਅਜੇ ਝੁਕਿਆ ਨਹੀਂ, ਝੁਕਣ ਦੀ ਐਕਟਿੰਗ ਕਰ ਰਿਹਾ ਹੈ। ਜਿਸ ਦਿਨ ਝੁਕ ਗਿਆ ਉਸ ਦਿਨ ਇਸ ਨੂੰ ਐਕਟਿੰਗ ਕਰਨ ਦੀ ਜ਼ਰੂਰਤ ਨਹੀਂ ਪੈਣੀ, ਇਸ ਨੂੰ ਕੋਈ ਐਕਟ ਕਰਨ ਦੀ ਲੋੜ ਨਹੀਂ ਪੈਣੀ। ਸਤਿਗੁਰੂ ਸਾਹਿਬ ਮਹਾਰਾਜ ਕਹਿ ਰਹੇ ਹਨ, ਇਸ ਗੱਲ ਨੂੰ ਸਮਝ ਲੈ ਕਿ ਤੇਰਾ ਕੀਤਾ ਕੁਝ ਨਹੀਂ ਹੋ ਰਿਹਾ। ਜੇ ਤੇਰਾ ਕੀਤਾ ਹੋ ਰਿਹਾ ਹੁੰਦਾ ਤਾਂ ਤੂੰ ਰੋਂਦਾ ਨਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰਾ ਕੀਤਾ ਕੁਝ ਨਹੀਂ ਹੋ ਰਿਹਾ, ਫਿਰ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਨੂੰ ਮਾਣਾ ਕਿਵੇਂ? ਕਿਵੇਂ ਸਤਿਗੁਰੂ ਸਾਹਿਬ ਮਹਾਰਾਜ ਜੀ ਆਪਣੇ ਅੰਦਰ ਉਹ ਆਨੰਦ ਲੈ ਕੇ ਆਵਾਂ? ਇਹ ਸਵਾਲ ਫਿਰ ਜਗਿਆਸੂ ਦੇ ਮਨ 'ਚ ਪੈਦਾ ਹੁੰਦਾ ਅਤੇ ਉਹਦਾ ਜਵਾਬ ਮਹਾਰਾਜ ਜੀ ਨੇ ਦਿੱਤਾ। ਗੁਰਬਾਣੀ ਦੇ ਵਿੱਚ ਕੋਈ ਐਸਾ ਜਵਾਬ ਨਹੀਂ ਜਿਹੜਾ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਨਹੀਂ ਦਿੱਤਾ। ਕੋਈ ਐਸਾ ਸਵਾਲ ਨਹੀਂ ਦੁਨੀਆ ਦੇ ਵਿੱਚ ਜਿਹਦਾ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨਹੀਂ ਦੇ ਸਕਦੀ। ਹਰ ਇੱਕ ਜਵਾਬ ਜਿਹੜਾ ਸਾਡੇ ਦਿਮਾਗ 'ਚ ਪੈਦਾ ਵੀ ਨਹੀਂ ਹੋਇਆ, ਉਹ ਸਵਾਲ ਦਾ ਵੀ ਜਵਾਬ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਹ ਜੋ ਬਾਣੀ ਹੈ ਇਹਦੇ ਵਿੱਚ ਹੈ।
ਮਹਾਰਾਜ ਜੀ ਕਹਿਣ ਲੱਗੇ, ਸਾਧੂਆਂ ਦੀ ਸੰਗਤ ਵਿੱਚ ਬੈਠੀ, ਪ੍ਰਾਪਤ ਕਰ ਸਾਧੂਆਂ ਦੀ ਸੰਗਤ। ਸੰਗਤ ਕਈ ਤਰ੍ਹਾਂ ਦੀ ਸਾਨੂੰ ਪ੍ਰਾਪਤ ਹੁੰਦੀ ਹੈ। ਸੰਗਤ ਸਾਧੂਆਂ ਦੀ ਪ੍ਰਾਪਤ ਹੋਵੇ ਤੇ ਸਤ ਸੰਗਤ ਬਣ ਜਾਂਦੀ ਹੈ। ਸੰਗਤ ਸੰਸਾਰੀਆਂ ਦੀ ਹੋਵੇ ਤੇ ਕੁਸੰਗਤ ਬਣ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਤ ਸੰਗਤ ਕਰਨ ਵਾਸਤੇ ਆਖਿਆ ਹੈ। ਤੇ ਸਤ ਸੰਗਤ ਕਿਹੜੀ ਹੈ? ਸਤ ਸੰਗਤ ਉਹ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਲਿਆ ਜਾਵੇ, ਜਿੱਥੇ ਸ਼ੁਭ ਗੁਣਾਂ ਦੀ ਗੱਲ ਹੋਵੇ, ਜਿੱਥੇ ਸਿਰਫ ਤੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਗੱਲ ਹੋਵੇ। ਤੇ ਮਹਾਰਾਜ ਜੀ ਨੇ ਨਾ ਸੰਗਤ ਦੇ ਪ੍ਰਥਾਏ ਬੜੇ ਪਿਆਰੇ ਬਚਨ ਆਖੇ ਨੇ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਤੇ ਇਹ ਬਿਨਾਂ ਭਾਗਾਂ ਤੋਂ ਪ੍ਰਾਪਤ ਵੀ ਨਹੀਂ ਹੁੰਦੀ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ ਤੇ ਬਿਨਾਂ ਸੰਗਤ ਤੋਂ ਮੈਲ ਹੀ ਮੈਲ ਭਰੀ ਜਾਂਦੀ ਹੈ। ਬਿਨਾਂ ਸੰਗਤ ਤੋਂ ਮੈਲ ਹੀ ਮੈਲ ਅੰਦਰ ਪੈਦਾ ਹੁੰਦੀ ਹੈ। ਔਰ ਇਹ ਸੱਚ ਹੈ। ਸਤ ਸੰਗਤ ਕੈਸੀ ਜਾਣੀ ਹੈ? ਮਹਾਰਾਜ ਜੀ ਨੇ ਉਹ ਵੀ ਦੱਸਿਆ, ਜਿੱਥੇ ਇੱਕੋ ਨਾਮ ਵਖਾਣੀ ਹੈ। ਤੇ ਮਹਾਰਾਜ ਜੀ ਕਹਿਣ ਲੱਗੇ, ਇੱਕੋ ਨਾਮ ਦੀ ਜਿੱਥੇ ਗੱਲ ਹੋਵੇ ਉਹ ਸੰਗਤ ਹੈ। ਤੇ ਸਤਿਗੁਰੂ ਜੀ ਨੇ ਬੜਾ ਵੱਡਾ ਰੁਤਬਾ ਦਿੱਤਾ ਸਤ ਸੰਗਤ ਨੂੰ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਦਾਤਾ ਜੀ ਆਪ ਵਸਦੇ ਨੇ। ਸੰਗਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਸਦੇ ਹਨ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਸਾਨੂੰ ਸੰਗਤ ਕਰਨ ਦੀ ਪ੍ਰੇਰਨਾ, ਹਿਦਾਇਤ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੋਈ ਹੈ। ਜਿਹੜਾ ਸੰਗਤ ਨਹੀਂ ਕਰਦਾ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਣ ਨਹੀਂ ਆਉਂਦਾ, ਉਹਦੇ ਮਾੜੇ ਭਾਗ ਹੁੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਇਹ ਅੱਖਾਂ ਕਿਤੇ ਕਰ ਲੈਣ। ਇਹਨਾਂ ਅੱਖਾਂ ਦੇ ਨਾਲ ਕੀਤੇ ਹੋਏ ਦਰਸ਼ਨ ਜਿਹੜੇ ਨੇ ਉਹ ਮਨ ਦੇ ਵਿੱਚ ਜਦੋਂ ਜਾਂਦੇ ਨੇ ਤੇ ਮਨ ਝੁਕਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰੂ ਘਰ ਦੀ ਮਰਿਆਦਾ ਬਣਾਈ ਹੈ ਕਿ ਸਿੱਖ ਗੁਰੂ ਘਰ ਜ਼ਰੂਰ ਆਵੇ, ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਆਵੇ। ਪਰ ਹੁਣ ਸਾਡੇ ਮਾੜੇ ਭਾਗ ਨੇ, ਅਸੀਂ ਤੇ ਸੰਗਰਾਂਦ ਮੱਸਿਆ ਵਾਲੇ ਹੋ ਗਏ, ਅਸੀਂ ਤੇ ਗੁਰਪੁਰਬਾਂ ਵਾਲੇ ਸਿੱਖ ਬਣ ਗਏ। ਨਹੀਂ ਪਿਆਰਿਓ, ਇਸ ਤਰ੍ਹਾਂ ਨਹੀਂ। ਕਮ ਸੇ ਕਮ ਦਿਨ ਦੇ ਵਿੱਚ ਇੱਕ ਵਾਰੀ ਤੇ ਆਪਣੇ ਗੁਰੂ ਦੇ ਦਰਸ਼ਨ ਕਰੀਏ। ਹੁਣ ਤੇ ਅਸੀਂ ਹਫ਼ਤਾਵਾਰੀ ਸਿੱਖ ਹੋ ਗਏ, ਮਹੀਨਾਵਾਰੀ ਸਿੱਖ ਹੋ ਗਏ ਜਾਂ ਗੁਰਪੁਰਬ ਵਾਰੀ ਸਿੱਖ ਹੋ ਗਏ। ਇਹ ਸਾਡੇ ਮਾੜੇ ਭਾਗ ਨੇ। ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਾਲ ਸੈਟਅਪ ਕਰ ਲਿਆ ਕਿ ਅਸੀਂ ਗੁਰਪੁਰਬਾਂ 'ਤੇ ਜਾਣਾ ਜਾਂ ਐਤਵਾਰ ਦੇ ਐਤਵਾਰ ਮੱਥਾ ਟੇਕਣ ਜਾਣਾ। ਨਹੀਂ, ਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਿਤੇ ਸਿੱਖ ਰੋਜ਼ ਕਰਨ ਦਾ ਆਦੀ ਬਣ ਜਾਵੇ ਨਾ, ਜਿਵੇਂ ਕੰਮਾਂ 'ਤੇ ਜਾਈਦਾ, ਕੰਮਾਂ ਕਾਰਾਂ 'ਤੇ। ਜੇ ਕੰਮ 'ਤੇ ਇੱਕ ਦਿਨ ਨਹੀਂ ਗਏ ਤੇ ਉਸ ਦਿਨ ਦੀ ਸਾਨੂੰ ਜਿਹੜੀ ਹੈ ਮਿਹਨਤ ਦਾ ਮੁੱਲ ਵੀ ਨਹੀਂ ਮਿਲਣਾ, ਭਾਵ ਤੇ ਦੂਸਰੇ ਪਾਸੇ ਸਾਨੂੰ ਝਿੜਕਾਂ ਵੀ ਪੈਣੀਆਂ ਮਾਲਕ ਦੇ ਕੋਲੋਂ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨਾ ਕਰਨ ਵਾਲਿਆ ਸਿੱਖਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਾ ਨਿਵਣ ਵਾਲਿਆ ਸਿੱਖਾ, ਤੂੰ ਯਾਦ ਰੱਖੀ, ਤੇਰਾ ਗੁਰੂ ਤੈਨੂੰ ਝਿੜਕਾਂ ਵੀ ਨਹੀਂ ਮਾਰਦਾ। ਤੇਰਾ ਗੁਰੂ ਤੇ ਫਿਰ ਵੀ ਤੈਨੂੰ ਪਿਆਰ ਕਰਦਾ ਹੈ। ਤੂੰ ਆਪਣੇ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਨਿਵ ਦਰਸ਼ਨ ਕਰ ਇੱਕ ਵਾਰੀ ਗੁਰੂ ਦੇ। ਗੁਰੂ ਦਾ ਸੁਭਾਅ ਨਹੀਂ ਹੈ ਝਿੜਕਣਾ, ਸਤਿਗੁਰੂ ਜੀ ਦਾ ਸੁਭਾਅ ਹੈ ਸਮਝਾਉਣਾ। ਗੁਰੂ ਸਾਹਿਬ ਜੀ ਸਮਝਾ ਰਹੇ ਹਨ, ਸਤਿਗੁਰੂ ਸਾਹਿਬ ਜੀ ਤੈਨੂੰ ਇਹ ਪ੍ਰੇਰਨਾ ਦੇ ਰਹੇ ਹਨ ਕਿ ਸੰਗਤ ਵਿੱਚ ਆ ਕੇ ਬਹਿ, ਇੱਥੇ ਰੱਬ ਵਸਦਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਸਿੱਖ ਦਾ ਕਰਮ ਬਣ ਜਾਵੇ। ਤੇ ਮਹਾਰਾਜ ਕਹਿੰਦੇ ਹਨ, ਸਾਧੂਆਂ ਦੀ ਸੰਗਤ ਵਿੱਚ ਬਹਿ ਕੇ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਦਾ ਆਨੰਦ ਮਾਣਿਆ ਜਾਂਦਾ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਜਿਨ੍ਹਾਂ ਨੇ ਸਾਧੂਆਂ ਦੀ ਸੰਗਤ 'ਚ ਬਹਿਣਾ ਸ਼ੁਰੂ ਕਰ ਦਿੱਤਾ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬਹਿਣਾ ਸ਼ੁਰੂ ਕਰ ਦਿੱਤਾ, ਨਾਮ ਰਸੀਆਂ ਦੀ ਸੰਗਤ ਵਿੱਚ ਬਹਿਣਾ ਸ਼ੁਰੂ ਕਰ ਦਿੱਤਾ, ਉਹ ਸਾਰੇ ਰੰਗ ਜਿਹੜੇ ਹਨ ਉਹਨਾਂ ਨੂੰ ਮਾਣ ਲੈਂਦੇ ਹਨ। ਤੇ ਅਖੀਰਲੀ ਪੰਕਤੀ 'ਚ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਫਿਰ ਜਦੋਂ ਸੰਗਤ ਵਿੱਚ ਬਹਿ ਗਿਆ, ਸਾਧੂਆਂ ਦੀ ਵਿੱਚ ਸੱਚੀ ਸੰਗਤ 'ਚ ਬਹਿ ਗਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਬਹਿ ਗਿਆ, ਤੇ ਫਿਰ ਕੀ ਹੋਇਆ? ਇਹ ਰੰਗੀਲਾ ਬਣ ਗਿਆ। ਇਹ ਆਪ ਵੀ ਰੰਗੀਲਾ ਬਣ ਗਿਆ। ਰੰਗੀਲੇ ਸਤਿਗੁਰੂ ਜੀ ਦੇ ਨਾਲ ਮਿਲ ਕੇ, ਰੰਗਾਂ ਦੇ ਨਾਲ, ਪਿਆਰ ਦੇ ਰੰਗਾਂ ਦੇ ਨਾਲ ਭਰੇ ਹੋਏ ਸਤਿਗੁਰੂ ਜੀ ਦੇ ਨਾਲ ਮਿਲ ਕੇ, ਵੱਡਾ ਸਤਿਗੁਰੂ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਵੱਡੇ ਸਤਿਗੁਰੂ ਜੋ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹਨਾਂ ਦੇ ਨਾਲ ਮਿਲ ਕੇ ਵੱਡੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਵੱਡੇ ਰੰਗ ਜਿਹੜੇ ਹਨ, ਵੱਡੇ ਗੁਣ ਕੌਤਕ ਜਿਹੜੇ ਹਨ, ਉਹਨਾਂ ਦੇ ਵਿੱਚ ਬਹਿ ਕੇ, ਉਹਨਾਂ ਦੇ ਆਨੰਦ ਨੂੰ ਮਾਣ ਕੇ ਇਹ ਧਣੀ ਧਨਵਾਨ, ਸ਼ੁਭ ਗੁਣਾਂ ਦਾ ਧਣੀ, ਸੰਸਾਰ ਦੇ ਵਿੱਚ ਵੱਡੇ ਰੁਤਬਿਆਂ ਵਾਲਾ ਧਣੀ ਬਣ ਗਿਆ। ਤੇ ਇਹਦੇ ਭਾਗ ਵੀ ਜਿਹੜੇ ਹਨ ਉਹ ਉੱਥੇ ਮਥੇ ਗਏ, ਭਾਗ ਵੀ ਉੱਚੇ ਤੇ ਸੁੱਚੇ ਹੋ ਗਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸ਼ਬਦ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਨਿਵ ਕੇ ਦਾਤੇ ਦੇ ਕੋਲੋਂ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਦੀ ਪ੍ਰੇਰਨਾ ਸਾਨੂੰ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ,
ਜਿਹੜਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਰ ਰੋਜ਼ ਦਰਸ਼ਨ ਕਰੇਗਾ। ਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਈ ਤਰ੍ਹਾਂ ਹਨ। ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਨਾ, ਇੱਥੇ ਆ ਕੇ ਸਭ ਤੋਂ ਪਹਿਲਾਂ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਇਹਨਾਂ ਅੱਖਾਂ ਦੇ ਨਾਲ ਰੁਮਾਲਿਆਂ ਦੇ ਵਿੱਚੋਂ ਜੋ ਬਾਹਰੀ ਦਰਸ਼ਨ ਹਨ ਉਹ ਕਰਦੇ ਹਾਂ। ਉਹ ਵੀ ਦਰਸ਼ਨ ਪ੍ਰਵਾਨ ਹੋ ਜਾਂਦੇ ਨੇ ਜੇ ਸਿੱਖ ਭਾਵਨਾ ਨਾਲ ਆਵੇ। ਜੇ ਗੁਰੂ ਮਹਾਰਾਜ ਜੀ ਦੀ ਸੰਗਤ ਵਿੱਚ ਬਹਿ ਗਿਆ, ਸੰਗਤ ਰੂਪੀ ਦਰਸ਼ਨ ਹੋ ਗਏ। ਗੁਰਬਾਣੀ ਨੂੰ ਸੁਣ ਲਏ ਅਤੇ ਗੁਰਬਾਣੀ ਨੂੰ ਸੁਣਨ ਰੂਪੀ ਦਰਸ਼ਨ ਜਿਹੜੇ ਹਨ ਉਹ ਹੋ ਗਏ ਸ਼ਰਵਣ ਦਰਸ਼ਨ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਨੂੰ ਪੜ੍ਹ ਲਿਆ ਅਤੇ ਪੜ੍ਹ ਕੇ ਦਰਸ਼ਨ ਹੋ ਗਏ, ਸਮਝ ਲਿਆ ਸਮਝ ਕੇ ਦਰਸ਼ਨ ਹੋ ਗਏ। ਜੇ ਸੇਵਾ ਕਰ ਲਈ ਤਾਂ ਸੇਵਾ ਰੂਪੀ ਦਰਸ਼ਨ ਹੋ ਗਏ। ਬੇਅੰਤ ਤਰੀਕਿਆਂ ਨਾਲ ਦਰਸ਼ਨ ਗੁਰੂ ਘਰ 'ਚ ਆ ਕੇ ਅਸੀਂ ਕਰ ਸਕਦੇ ਹਾਂ। ਚਲੋ ਮੰਨਿਆ ਕਿ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ, ਨਹੀਂ ਪੜ੍ਹ ਸਕਿਆ, ਅਤੇ ਸੁਣ ਤੇ ਲਈ। ਇੱਥੇ ਆ ਕੇ ਸੁਣ ਕੇ ਗੁਰੂ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਹੋ ਗਏ, ਸੰਗਤ ਦੇ ਵਿੱਚ ਬਹਿ ਕੇ ਸੰਗਤ ਦਰਸ਼ਨ ਹੋ ਗਏ। ਬੇਅੰਤ ਤਰੀਕਿਆਂ ਦੇ ਨਾਲ ਆਨੰਦ ਮਾਣ ਸਕਦਾ ਹੈ ਸਿੱਖ। ਇਸ ਕਰਕੇ ਗੁਰੂ ਘਰ ਦੇ ਵਿੱਚ ਇੱਕ ਵਾਰੀ ਦਿਨ ਦੀ ਹਾਜ਼ਰੀ ਜ਼ਰੂਰ ਰੱਖਿਆ ਕਰੋ। ਸਤਿਗੁਰੂ ਜੀ ਮਿਹਰ ਕਰਨ। ਹਰ ਜੇਠ ਰੰਗੀਲਾ ਤਿਸ ਧਣੀ। ਮਹਾਰਾਜ ਜੀ ਕਹਿੰਦੇ ਹਨ ਜੇਠ ਦਾ ਮਹੀਨਾ ਰੰਗੀਲਾ ਬਣ ਜਾਂਦਾ, ਉਸ ਵਾਸਤੇ ਧਨਵਾਨ ਬਣ ਜਾਂਦਾ ਉਹ ਮਨੁੱਖ ਜਿਹੜਾ ਸਤਿਗੁਰੂ ਸਾਹਿਬ ਜੀ ਦੇ ਅੱਗੇ ਨਿਵ ਕੇ ਆਪਣੇ ਭਾਗਾਂ ਨੂੰ ਉੱਚਿਆਂ ਕਰ ਲੈਂਦਾ ਹੈ, ਆਪਣੇ ਭਾਗਾਂ ਨੂੰ ਸਭ ਤੋਂ ਉੱਤਮ ਕਰ ਲੈਂਦਾ ਹੈ। ਸਤਿਗੁਰੂ ਜੀ ਮਿਹਰ ਕਰਨ। ਸਾਡੇ ਵੀ ਸਾਰਿਆਂ ਦੇ ਭਾਗ ਉੱਚੇ ਅਤੇ ਸੁੱਚੇ ਬਣ ਜਾਵਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਨੂੰ ਝੁਕਣਾ ਆ ਜਾਵੇ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਨੂੰ ਨਿਵਣਾ ਆ ਜਾਵੇ। ਗੁਰੂ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸੋਹਣਾ ਸਰੂਪ ਜਿਹੜਾ ਹੈ ਉਹਦੇ ਦਰਸ਼ਨ ਕਰਨੇ ਆ ਜਾਵਣ, ਅਤੇ ਫਿਰ ਸਾਧ ਸੰਗਤ ਸਾਡਾ ਜੀਵਨ ਸਫਲਾ ਹੋ ਜਾਏਗਾ। ਲੋਕ ਅਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਵਣਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆਇਆ ਕਰੋ। ਗੁਰੂ ਕੀ ਬਾਣੀ ਨੂੰ ਪੜ੍ਹ ਕੇ ਜਾਂ ਗੁਰੂ ਕੀ ਬਾਣੀ ਨੂੰ ਸੁਣ ਕੇ ਗੁਰੂ ਕੀ ਬਾਣੀ ਨੂੰ ਸਮਝਿਆ ਕਰੋ। ਸਮਝ ਕੇ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ। ਅੰਮ੍ਰਿਤ ਦੇ ਧਾਰਨੀ ਬਣ ਕੇ, ਪੰਜ ਬਾਣੀਆਂ ਦੇ ਨਿਤਨੇਮੀ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਸਤਿਗੁਰੂ ਜੀ ਕਿਰਪਾ ਕਰਨ। ਸ਼ਬਦ ਪੜ੍ਹਦਿਆਂ, ਪਵਿੱਤਰ ਗੁਰਬਾਣੀ ਪੜ੍ਹਦਿਆਂ, ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹਨ। ਮਹਾਰਾਜ ਆਪ ਜੀ ਕਿਰਪਾ ਕਰਕੇ ਮਾਫ਼ ਕਰਨਾ। ਅਗਾਂਹ ਵਾਸਤੇ ਸ਼ੁੱਧ ਗੁਰਬਾਣੀ, ਸ਼ੁੱਧ ਵਿਚਾਰਾਂ ਕਰਨ ਦੀ ਪ੍ਰੇਰਨਾ ਬਲ ਬਖਸ਼ਿਸ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ